नमस्कार दोस्तों, मैं आपका दोस्त सोनू शर्मा। साथियों, इस वक्त मौजूद हूँ सिरसा। साथियों, 3 दिन पहले एक लड़की ने एक फौजी पर आरोप लगाए थे और कहा था कि फौजी साहब ने मेरे पेट पर लात मारी है और उसके बाद में मेरी ट्यूब फट गई है और अब मैं बच्चे को जन्म नहीं दे सकती। और भी गंभीर आरोप लगाए थे। उसके बाद फौजी साहब सीधे हमारे पास आए हैं और अनेक खुलासे हमारे सामने कर दिए। साथियों, ये खुलासा करने के बाद में हमारी आंखें खुली की खुली रह गई। साथियों, सर जी, जैन सर मेरा नाम रणजीत सिंह है जी। मैं भारतीय सेना में एक सर्विस कर रहा हूँ सर, एक जवान हूँ सेना का। और मेरा गांव बुढ़ी मेड़ी, तहसील एलाहाबाद और ज़िला सिरसा का रहने वाला हूँ सर मेरी मैरिज पिंड लक्कड़ा वाली, तहसील काला वाली मंडी विच होई सीगी जी। तो मेरी मैरिज नूं कम से कम 1 साल 9 महीने हो गए जी। कल मेरी वाइफ ने रिश्तेदारां दे भड़कावे विच आके मेरे बारे कुछ गलत बयान दे के गई है, जो कि उन्हां बयानां नूं मैं स्पष्ट रूप दे विच बयान करना चाहुंदा जी। मेरी वाइफ ने कल परसों की यह गल न्यूज़ जो आई सी, उन्हें कहा कि मेरे हसबैंड ने मतलब कि 13 तरीक नूं मेरे नाल मारपीट की ते भी मेरे ढिड दे विच लत्त मारी है जी, तो उहदे करके मेरी ट्यूब फटी है। हुण जो भी मेरा ये वीडियो वेख रहा, मेरा भरा मेरियां भैणां सब अगे मेरी यही रिक्वेस्ट आ कि मेरी घर दी ने मेरे ते ये ब्लेम लाया सी कि तू लत्त मारी है तां मेरी ट्यूब फटी है जी। ये लिखित रूप दे विच रिपोर्टां पईयां जी मेरे कोल सारियां, डॉक्टर साहब दे सैन होए आ जी। बिल्कुल ਇਹਦੇ ਵਿੱਚ ਸਾਰਾ ਰੀਜ਼ਨ ਲਿਖਿਆ ਵੀ ਟੂ ਪੱਟਣ ਦਾ ਕੀ ਚੱਕਰ ਸੀ। ਹੁਣ ਤੁਸੀਂ ਮੈਨੂੰ ਨਿਆਂ ਦੇਣਾਗਾ ਸਾਰੇ ਮੇਰੇ ਭੈਣ ਭਰਾਵਾਂ ਨੇ ਵੀ ਇਹਦੇ ਵਿੱਚ ਲਿਖਿਆ ਵੀ ਟੂ ਪੱਟਣ ਦਾ ਕੀ ਚੱਕਰ ਸੀਗਾ ਜੀ। ਠੀਕ ਹੈ ਜੀ। ਦੂਜੀ ਗੱਲ ਸੀਗੀ, ਮੇਰੀ ਵਾਈਫ ਮੈਨੂੰ ਕਹਿ ਰਹੀ ਹੈ ਕਿ ਤੂੰ ਮੈਨੂੰ 13 ਤਰੀਕ ਨੂੰ ਜਦੋਂ ਮੇਰੇ ਪੇਟ 'ਚ ਦਰਦ ਹੋ ਰਿਹਾਗਾ, ਤੂੰ ਮੈਨੂੰ ਟਾਈਮ ਨਾਲ ਹਸਪੀਟਲ ਨਹੀਂ ਪਹੁੰਚਾਇਆ, ਵੀ 1:30 ਵਜੇ ਤੱਕ ਤੂੰ ਘਰੇ ਡਾਮਾਡੋਲ ਕਰ ਰਿਹਾਗਾ। ਮੈਂ ਇਹਦੇ ਲਈ ਵੀ ਮੇਰੇ ਕੋਲ ਇੱਕ ਪ੍ਰੂਫ ਆ, ਜਿਹਦੇ ਵਿੱਚ ਮੈਂ ਐਡਮਿਟ ਕਰਾਇਆ ਸੀ ਤਲਵਾੜ ਹਸਪੀਟਲ ਜੀ। ਆਹ ਵੇਖ ਲਓ ਜੀ, 1:30 ਵਜੇ ਘਰੇ ਕਹਿ ਰਹੀ ਆ, ਟਾਈਮ ਦੇਖ ਲਓ ਜੀ 1:30 ਦਾ ਐਡਮਿਸ਼ਨ ਹੋ ਗਿਆਗਾ। 1:30 ਦਾ ਐਡਮਿਸ਼ਨ ਹੋ ਗਿਆਗਾ। 1:24 ਤੇ ਮੇਰੀ ਵਾਈਫ ਗੁਰਪ੍ਰੀਤ ਕੌਰ ਉਹ ਆਪਰੇਸ਼ਨ ਥੀਏਟਰ ਦੇ ਵਿੱਚ ਬੈਠੀ ਸੀ। ਹੁਣ ਤੁਸੀਂ ਮੈਨੂੰ ਦੱਸੋਗੇ ਸਾਰੇ ਫੌਜੀ ਭਰਾ ਨੂੰ ਵੀ ਮੈਂ ਮਤਲਬ ਕਿ ਮੈਨੂੰ ਨਿਆਂ ਮਿਲਣਾ ਚਾਹੀਦਾ ਕਿ ਨਹੀਂ। ਮੇਰੇ ਤੇ ਧੋਖੇ ਘੜੀ ਨਾਲ ਕਿਉਂ ਮੇਰੇ ਤੇ ਬਲਕਿ ਬਲੇਮ ਕੀਤਾ ਜਾ ਰਿਹਾ ਹੈਗਾ। ਮੈਂ ਇਸੇ ਕਰਕੇ ਮੈਂ ਸਾਰੇ ਬਿਆਨ ਕਰ ਰਿਹਾ ਜੀ। 14 ਤਰੀਕ ਨੂੰ ਮੇਰੀ ਘਰ ਦੀ ਦਾ ਆਪਰੇਸ਼ਨ ਹੋਇਆ ਜੀ ਤਲਵਾੜ ਹਸਪੀਟਲ ਸਿਰਸਾ ਦੇ ਵਿੱਚ ਜੀ। ਉਸ ਤੋਂ ਬਾਅਦ ਉਹਦੇ ਮਾਤਾ ਪਿਤਾ, ਮੇਰੀ ਫੈਮਿਲੀ, ਅਸੀਂ ਉਹਦੇ ਨਾਲ ਉੱਥੇ ਹੀ ਰਹੇ ਹਾਂ 4 ਦਿਨ ਜੀ, ਉਹਦੀ ਕੇਅਰ ਕਰਦੇ ਰਹੇ ਹਾਂ ਜੀ। ਫਿਰ ਉਸ ਤੋਂ ਬਾਅਦ ਉਹ 4 ਦਿਨ ਬਾਅਦ ਅਸੀਂ ਉਹਨਾਂ ਨੂੰ 17 ਤਰੀਕ ਨੂੰ ਮੈਂ ਛੁੱਟੀ ਦਵਾ ਕੇ ਲਿਆਇਆ ਰਾਤ ਨੂੰ 9 ਵਜੇ ਜੀ ਘਰੇ। ਅਤੇ ਉਹ ਮੇਰੇ ਪਿੰਡ ਵੀ 4 ਦਿਨ ਮੇਰੇ ਕੋਲ ਰਹਿ ਕੇ ਗਈ ਆ ਜੀ। ਉਸ ਤੋਂ ਬਾਅਦ ਮੈਨੂੰ ਇਹ ਦੱਸੋ ਜੀ, ਹੁਣ ਅੱਜ ਤੋਂ 10 ਦਿਨ ਬਾਅਦ ਕਹਿ ਰਹੀ ਆ ਵੀ ਮੇਰੀ ਟਿਊਬ ਪਾਟੀ ਆ, ਅਤੇ ਹੁਣ ਕਿਉਂ ਮੇਰੇ ਤੇ ਬਲੇਮ ਦੇ ਰਹੀ ਆ ਜੀ। ਅਗਰ ਅੱਜ ਆਪਣੇ ਚੋਟ ਫੇੜ ਵੱਜ ਗਈ, ਆਪਾਂ ਕਿਤੇ ਆਪਣੇ ਨਫਾ ਨੁਕਸਾਨ ਹੋ ਗਿਆ, ਆਪਾਂ ਭੱਜ ਕੇ ਹੀ ਡਾਕਟਰ ਕੋਲ ਜਲਦੀ ਜਾਵਾਂਗੇ। ਇਹ ਨਹੀਂ ਵੀ ਅੱਜ ਤੋਂ ਬਾਅਦ ਮੇਰੇ ਅੱਜ ਬਾਂਹ 'ਤੇ ਕੋਈ ਸੱਟ ਵੱਜ ਗਈ, ਮੇਰੇ ਨਾਲ ਕੋਈ ਅਣਹੋਣੀ ਹੋ ਗਈ ਆ ਅਤੇ ਮੈਂ 10 ਦਿਨ ਬਾਅਦ ਜਾ ਕੇ ਮੈਂ ਮਤਲਬ ਕਿ ਉਹਨੂੰ ਡਾਕਟਰ ਨੂੰ ਦੱਸੂਗਾ ਵੀ ਮੇਰੇ ਯਾਰ ਐਂ ਕਰਕੇ ਸੱਟ ਵੱਜੀ ਆ। ਮੇਰੇ ਤੇ ਝੂਠਾ ਕੇਸ ਪਾਇਆ ਜਾ ਰਿਹਾ ਜੀ। ਠੀਕ ਹੈ ਜੀ। ਇਸ ਦੇ ਮਾਤਾ ਪਿਤਾ ਦੀ ਮੈਂ ਇਹ ਗੱਲ ਕਹਿਣਾ ਜੀ, ਜਿਹੜੇ ਜ਼ਿੰਮੇਵਾਰ ਲੋਕ ਆ ਜੀ, ਇਸ ਦੇ ਮਾਤਾ ਪਿਤਾ ਮੇਰੇ ਤੋਂ 14 ਲੱਖ ਰੁਪਏ ਦੀ ਡਿਮਾਂਡ ਕਰਦੇ ਆ ਜੀ। 14 ਲੱਖ ਰੁਪਏ ਦੀ ਡਿਮਾਂਡ ਕਹਿੰਦੇ ਆ ਕਿ ਫੇਰ ਹੀ ਤੈਨੂੰ 14 ਲੱਖ ਰੁਪਇਆ ਦੇ ਫੇਰ ਹੀ ਤੈਨੂੰ ਤਲਾਕ ਦੇਵਾਂਗੇ ਅਤੇ ਫੇਰ ਹੀ ਮਤਲਬ ਕਿ ਅਸੀਂ ਆਪਦਾ ਨਿਬੇੜਾ ਕਰਾਂਗੇ। 14 ਲੱਖ ਰੁਪਏ ਮੇਰੇ ਤੋਂ ਮੰਗਦੇ ਜੀ। ਅਤੇ ਮੈਂ ਗਰੀਬ ਬੰਦਾ ਜੀ, ਘਰ ਦੇ ਵਿੱਚੋਂ ਇਕੱਲਾ ਹੀ ਮੈਂ ਸਰਵਿਸ ਕਰਨ ਵਾਲਾ। ਮੇਰੇ ਮਾਂ ਬਾਪ ਬਜ਼ੁਰਗ ਨੇ, ਉਹਨਾਂ ਦੀ ਦਵਾਈ ਚੱਲਦੀ ਆ ਜੀ। ਅਤੇ ਅਗਰ ਮੈਂ 14 ਲੱਖ ਹੁੰਦਾ ਤਾਂ ਮੈਂ ਉਹਨਾਂ ਨੂੰ ਕਿਵੇਂ ਦੇ ਦਾਂ ਜੀ। ਪਰ ਮੇਰਾ ਤਾਂ ਇੱਕ ਇਹ ਵੀ ਬਿਆਨ ਆ ਜੀ, ਮੈਂ ਪੈਸੇ ਵੀ ਨਹੀਂ ਦੇਣਾ ਚਾਹੁੰਦਾ 14 ਲੱਖ ਰੁਪਏ, ਅਤੇ ਮੈਂ ਉਹਨਾਂ ਨੂੰ ਤਲਾਕ ਵੀ ਨਹੀਂ ਦੇਣਾ ਚਾਹੁੰਦਾ। ਮੈਂ ਇਹੀ ਕਹਿਣਾ ਜੀ ਮੀਡੀਆ ਅੱਗੇ ਕਿ ਮੇਰੀ ਵਾਈਫ ਆ, ਮੈਂ ਉਹਨੂੰ ਵਸਾਉਣਾ ਚਾਹੁੰਦਾ ਅਤੇ ਉਹ ਜਿਵੇਂ ਗਈ ਉਵੇਂ ਆਪਦੇ ਆਪ ਘਰੇ ਆ ਜੇ ਜੀ। ਮੈਂ ਇਹੀ ਗੱਲ ਕਹਿਣਾ ਚਾਹੁੰਦਾ ਜੀ। ਫਿਰ ਜਿਹੜੇ ਜ਼ਿੰਮੇਵਾਰ ਲੋਕ ਨੇ ਜੀ, ਮੇਰਾ ਸਹੁਰਾ ਜੀ, ਜਿਨ੍ਹਾਂ ਦੇ ਮਤਲਬ ਕਿ ਫੈਮਿਲੀ ਦੇ ਮੈਨੂੰ ਵਾਰ-ਵਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਵੀ ਇੱਕ ਮੇਰਾ ਸਹੁਰਾ ਦੇਸਰਾਜ ਸਿੰਘ ਜੀ, ਮੇਰਾ ਚਾਚਾ ਸਹੁਰਾ ਦਰਸ਼ਨ ਸਿੰਘ, ਇੱਕ ਮੇਰਾ ਸਾਲਾ ਦਲਬੀਰ ਸਿੰਘ, ਇੱਕ ਮੇਰੀ ਦਾਦੀ ਸੱਸ ਆ ਜੀ, ਇੱਕ ਮੇਰੀ ਭੂਆ ਸੱਸ ਸਵਰਨ ਕੌਰ ਬੇਗੂ ਤੋਂ ਜੀ। ਇਹ ਮੈਨੂੰ ਕਹਿੰਦੇ ਨੇ ਕਿ ਮਤਲਬ ਕਿ ਇਹੋ ਹੀ ਮੈਨੂੰ ਕਹਿੰਦੇ ਵੀ ਤੂੰ ਪੈਸੇ ਦੇ 14 ਲੱਖ ਰੁਪਏ। ਇਹਨਾਂ ਨੇ ਮੇਰੀ ਫੈਮਿਲੀ ਦਾ ਮਤਲਬ ਕਿ ਮੇਰਾ ਮੈਟਰ ਨਹੀਂ ਹਲਾਉਣ ਦੇ ਰਹੇ ਜੀ। ਇਹਨਾਂ ਦੇ ਭੜਕਾਵੇ 'ਚ ਆ ਕੇ ਰਿਸ਼ਤੇਦਾਰ ਦੇ ਭੜਕਾਵੇ 'ਚ ਆ ਕੇ ਮੇਰੀ ਵਾइफ मेरे बरखिलाफ झूठियाँ शिकायतें दे रही है। नहीं, आप देश की सेवा कर रहे हो, फिर आपके ऊपर इस तरीके से गंभीर आरोप लग रहे हैं। सर मैं सारे पूरे प्रूफ दे रहा जी। मेरे पास लिखित रूप, कल मेरी वाइफ आई सी जी, उन्हें बोली आ, ਜਦੋਂ बोल के गई वो मौखिक रूप ਦੇ ਵਿੱਚ बोल के गई आ। ਜਦੋਂ ਇਹ ਮੈਂ ਸਾਰੇ ਔਨ ਪ੍ਰੂਫ ਦੇ ਰਿਹਾ ਜੀ, ਪੁਰਾਣੀਆਂ ਤੋਂ ਪੁਰਾਣੀਆਂ ਰਿਪੋਰਟਾਂ ਮਿਲਟਰੀ ਹਸਪੀਟਲ ਦੀਆਂ ਲਈ ਫਿਰਦਾ ਜੀ। ਮੈਂ ਆਰਮੀ ਦੀਆਂ ਰਿਪੋਰਟਾਂ ਮੇਰੇ ਕੋਲ ਪਈਆਂ ਵੀ ਅੱਜ ਮੈਂ ਦੇਸ਼ ਦੀ ਸੇਵਾ ਕਰ ਰਿਹਾ ਜੀ।
ਅੱਜ ਮੈਂ ਦੇਸ਼ ਵਾਸਤੇ ਮੈਂ ਬਾਹਰ ਬਾਰਡਰ ਤੇ ਖੜਾਂਗਾ, ਮੈਂ ਆਪਣੇ ਬੱਚੇ ਨੂੰ ਖੁਦ ਕਿਵੇਂ ਮਾਰ ਸਕੂੰਗਾ ਜੀ। ਮੈਂ ਇਹ ਦਿਨ 1.5 ਸਾਲ ਬਾਅਦ 1 ਸਾਲ 9 ਮਹੀਨੇ ਬਾਅਦ ਦੇਖਿਆ ਹੈਗਾ ਜੀ। ਇਹ ਪ੍ਰੋਬਲਮਾਂ ਦੇ ਵਿੱਚ ਜੁੰਝ ਕੇ ਸਾਡੀ ਪਰਿਵਾਰ ਨੂੰ ਬਹੁਤ ਖੁਸ਼ੀ ਸੀ, ਪਰ ਇਹਨਾਂ ਨੇ ਮੇਰੇ ਤੇ ਝੂਠਾ ਬਲੇਮ ਲਾ ਰਹੇ ਆ। ਮੈਂ 28 ਤਰੀਕ ਨੂੰ ਸਟੇਸ਼ਨ ਤੇ ਪਹੁੰਚ ਗਿਆ ਸੀ। ਜਦੋਂ ਮੈਂ ਸਾਰੇ ਨਿਊਜ਼ ਦੇਖੀ ਆ, ਨਿਊਜ਼ ਦੇਖਣ ਦੇ ਬਾਅਦ ਮੈਨੂੰ ਜਦੋਂ ਦੁਨੀਆ ਨੇ ਮਾੜਾ ਚੰਗਾ ਬੋਲਿਆ, ਮੇਰੀ ਮਤਲਬ ਕਿ ਇਨਸਲਟ ਕਰ ਰਿਹਾ, ਕਮੈਂਟ ਗਲਤ ਆ ਰਿਹਾ, ਮੈਂ ਕਿਹਾ ਨਹੀਂ, ਅਗਰ ਮੈਂ ਇੱਥੋਂ ਜਾਂਦਾ ਸਿੱਧਾ ਇੱਦਾਂ ਡਿਊਟੀ ਤੇ ਲੋਕਾਂ ਨੇ ਮੈਨੂੰ ਦੋਸ਼ੀ ਕਰਾਰ ਕਰਨਾ ਸੀ ਵੀ ਦੋਸ਼ੀ ਸੀਗਾ, ਇੱਥੋਂ ਭੱਜ ਗਿਆ ਗਾ, ਇੱਥੋਂ ਸਾਨੂੰ ਬਿਨਾਂ ਬਰਖਲਾਫ ਤੋਂ ਦੱਸਣ ਤੋਂ ਤੁਰ ਗਿਆ ਗਾ। ਮੈਂ ਇਹੋ ਹੀ ਸਬੂਤ ਕਰਨ ਤੋਂ ਬਾਅਦ ਦਿੱਲੀ ਤੋਂ ਵਾਪਸ ਆਇਆ ਜੀ। ਰਾਤ ਹੀ ਦਿੱਲੀ ਤੋਂ ਵਾਪਸ ਆਇਆ, ਸਵੇਰ 4 ਵਜੇ ਘਰੇ। ਮੇਰੀ ਇਹੋ ਹੀ ਉਮੀਦ ਹੈ ਕਿ ਇਹ ਮਤਲਬ ਕਿ ਮੈਨੂੰ ਪਰੇਸ਼ਾਨ ਕਰ ਰਿਹਾ। ਮੇਰੇ ਕੋਲ ਲਿਖਿਤ ਰੂਪ ਦੇ ਵਿੱਚ ਸਾਰੇ ਪ੍ਰੂਫ ਪਏ ਆ ਜੀ, ਕੱਲੀ ਚੀਜ਼ ਦੇ ਪ੍ਰੂਫ ਆ ਜੀ ਸਰ ਮੇਰੇ ਕੋਲ। अब आप शासन और प्रशासन से क्या मांग करना चाहते हो? मैं यही मांग करना चाਹੁੰਦਾ ਜੀ ਵੀ ਜਿਹੜਾ ਦੋਸ਼ੀ ਹੈ ਇਹਨਾਂ ਦੇ ਵਿੱਚੋਂ, ਸਾਡੇ ਦੋਨਾਂ ਦੇ ਵਿੱਚੋਂ ਜਿਹਦੇ ਮਤਲਬ ਕਿ ਜਿਹੜਾ ਕਹਿੰਦਾ ਦੋਸ਼ੀ ਆ, ਉਹਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਜੀ। ਠੀਕ ਹੈ, ਜਿਹੜਾ ਬੰਦੇ ਤੋਂ ਜਿਹਦੇ ਕੋਲ ਸਬੂਤ ਆ, ਮੇਰੇ ਕੋਲ ਇਸ ਤੋਂ ਇਲਾਵਾ ਹੋਰ ਵੀ ਬੜੇ ਪਰਦੇ ਪਿੱਛੇ ਸਬੂਤ ਪਏ ਨੇ, ਜਿਹੜੇ ਮੈਂ ਅੱਗੇ ਸੋਸ਼ਲ ਮੀਡੀਆ ਜਾਂ ਕਿੱਥੇ ਨਹੀਂ ਲੀਕ ਕੀਤੇ ਸੀ। ਕਿਉਂਕਿ ਜਦੋਂ ਮੇਰੀ ਕੋਈ ਇੱਜ਼ਤ ਨਹੀਂ ਕਰ ਰਿਹਾ ਜੀ, ਮੈਂ ਦਿਲ ਤੋਂ ਜ਼ਿਆਦਾ ਕਰਦਾ, ਫਿਰ ਵੀ ਮੇਰੇ ਬਾਰੇ ਗਲਤ ਨਜਾਇਜ਼ ਦੇ ਕੇ ਬਿਆਨ ਮੈਨੂੰ ਫਸਾਉਣ ਦੀ ਧੋਖੇਧੜੀ ਕੀਤੀ ਗਈ ਜੀ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਕੀ ਆ ਵੀ ਮੈਂ ਜਿਹੜੇ ਜਿੰਨੇ ਬਿਆਨ ਬੋਲੇ ਆ ਜੀ ਮੀਡੀਆ ਉੱਤੇ, ਇਹ ਸਾਰੇ ਮੇਰੇ ਕੋਲ ਲਿਖਿਤ ਰੂਪ ਦੇ ਵਿੱਚ ਪਏ ਆ। ਕੋਈ ਵੀ ਆ ਕੇ ਮੇਰਾ ਵੀਰ ਭਰਾ ਕੋਈ ਵੀ ਚੈੱਕ ਕਰ ਸਕਦਾ ਹੈਗਾ, ਸਬੂਤ ਲੈ ਸਕਦਾ ਮੇਰੇ ਤੋਂ ਵੀ ਟਿਊਬ ਪਾਟਣ ਦਾ ਰੀਜ਼ਨ ਕੀ ਸੀਗਾ, ਉਹ ਵੀ ਤੁਹਾਨੂੰ ਦਿਖਾਤਾ। ਫਿਰ ਕਹਿ ਰਹੀ ਆ ਵੀ 1:30 ਵਜੇ ਤੋਂ ਬਾਅਦ ਹਸਪੀਟਲ 'ਚ ਲੈ ਕੇ ਆਏ, ਉਹ ਵੀ ਮੈਂ ਤੁਹਾਨੂੰ ਦਿਖਾਤਾ ਜੀ ਵੀ 1:30 ਵਜੇ ਤੋਂ ਜਦੋਂ ਲੈ ਕੇ ਆਏ, ਉਹ ਮੈਂ ਦਿਖਾਤਾ ਵੀ 1:24 ਤੇ ਆਪਰੇਸ਼ਨ ਥੀਏਟਰ ਦੇ ਵਿੱਚ ਸੀਗੀ ਜੀ। ਠੀਕ ਹੈ ਜੀ। ਬਾਕੀ ਇਹ ਜਿਹੜੇ 5 ਜਣੇ ਮੈਂਬਰ ਆ ਫੈਮਿਲੀ ਦੇ, ਇਹ ਮੈਨੂੰ ਵਾਰ-ਵਾਰ ਧਮਕੀਆਂ ਦੇ ਰਹੇ ਆ ਜੀ। ਵਾਰ-ਵਾਰ ਮੈਨੂੰ ਕਹਿ ਰਹੇ ਆ ਵੀ ਤੂੰ 14 ਲੱਖ ਰੁਪਈਆ ਰੱਖ ਤੇ ਤੂੰ ਐ ਕਰਕੇ ਮਤਲਬ कि तेनू तलाक भी नहीं देते। बार-बार पैसों के लिए और तलाक के लिए प्रेशराइज क्यों किया? सर मेरे को इसलिए परेशान किया जा रहा है कि ये बोल रहे हैं मतलब कि यार भी तू अपने माँ बाप को छड़ दे, माँ बाप को छोड़ के जो सैलरी तेरी आ रही है तू साढ़े खाते च पवा, हमारे साथ रह, जैसे हम कहेंगे वैसे कर। ये सर ये मेरे को मेरे सास ससुर जो गुलाम बनाना चाहते हैं। अब मेरे को सभी मेरे बहन भाई ये वीडियो देख रहे हैं, अब मेरे को ये बताओ कमेंट में, मैं कि देश का गुलाम बनूं या मैं अपने सास ससुर का गुलाम बनूं सर। इसीलिए मेरे को बार-बार परेशान किया जा रहा है। इससे पहले कोई आपकी अनबन है या आपकी मिसेज के साथ? सर आज से मेरी मिसेज के साथ नॉर्मल झगड़ा हुआ था हमारा 10 बार। सर मैं जाके लकड़ा वाली गांव में थोड़े मेरे रिश्तेदार ले जाके मैं 10 बार माफ़ी मांग के लेके आया हूँ उसको भी। ठीक है कोई बात नहीं भी, अपना फैमिली मैटर है, हम दोनों सेट कर लेंगे, घर बसा ले। लेकिन सर वो घर नहीं बसाना चाहती, पता नहीं किसकी मतलब कि रिश्तेदारों की भड़कावे में आई हुई है, बार बार मेरे को परेशान कर रही है। अभी उन्होंने यही सोचा था कि फौजी फिर उसी तरह पिछली तरह जैसे माफ़ी मांग के लेके गया था, जहाँ हाथ जोड़ के लेके गया, उसी तरह हमारे घर पे आएगा। मेन बात यही है सर, मेरे को वो गुलाम बनाना चाहते हैं। मेरे माँ बाप को गलत बोलती है मेरी वाइफ ये बोलती है कि इनके पास मैंने नहीं रहना, इन्होंने तो मर खप जाना है, इनसे हमारे बदबू आती है। ठीक है सर, यही क्यों मांगी फिर आपने? सर माफ़ी ये मांगी मैंने क्योंकि मेरी और मेरी फैमिली में झगड़ा था। ठीक है जी, तो उसमें हमारी दोनों मियाँ बीबी की लड़ाई थी। इसका ये रीज़न था सर, उसको मैंने यही बोला भी तो अपना घर बसा ले। वो बोलती है कोई नहीं, तू मेरे पास आ, मेरे माँ बाप से माफ़ी मांग, फिर मैं तेरे साथ चलूँगी। लेकिन सर मैंने फिर भी ये सोचा भी यार मेरा घर ना उजड़े, मैं फिर भी अगर हाथ जोड़ने से मेरा परिवार बस रहा ना, मैं ये भी बात सोच के हाथ जोड़ के भी मैं अपनी फैमिली को लेके आया 10 बार। उस बंदों के मेरे पास सबूत पड़े हैं, और जो बंदे साथ गए हैं वो भी गवाह हैं, VIP बंदे हैं वो भी, जो हनुमानगढ़ से भी हैं और रिश्तेदारी में मामले में हैं। ठीक है सर, इसलिए मेरे को बार बार यही बात है कि पांचों बंदे परेशान कर रहे हैं, 14 लाख की डिमांड करते हैं बार बार, और मेरे को बार बार भड़काया जा रहा है। ठीक है, इसीलिए मैं दिल्ली से आज वापस आके, आज मैं फिर जा रहा हूँ ड्यूटी पे। दिल्ली से वापस आके मैं ये सभी लोगों को सच्चाई बताने आया था, जो मेरे को बार बार मतलब कि कमेंटों में आ रहे हैं इस फौजी को फांसी होनी चाहिए, ये होनी चाहिए। आपके सभी बहन भाई जो मेरे देख रहे हैं, आपने अभी सभी मेरी वीडियो देख चुके हो आप। बात यही है कि मेरे को आपने ही न्याय देना है। ठीक है जी, जो दोषी होगा उसको कड़ी से कड़ी, मैं खुद बोल रहा हूँ, दोषी होगा उसको कड़ी से कड़ी मतलब कि सज़ा दी जाएगी। ठीक है, बाकी यहाँ से मैं आज जा रहा हूँ, जाके अपनी यूनिट में भी मैं अपने लेफ्टिनेंट कर्नल मेजर साहब से बात करके वहाँ से भी कार्रवाई इधर वापस भेजूँगा, क्योंकि कल को मेरी फैमिली को जहाँ मेरे को कोई दिक्कत परेशानी आएगी तो उसमें सबसे ज़्यादा ये पांचों बंदे जो मैंने नाम बोले हैं यही जिम्मेवार रहेंगे, ये पांचों ही बंदे जिम्मेवार रहेंगे। लक्कड़वाली गांव से देसराज सिंह जी और दर्शन सिंह, दलबीर सिंह और मेरी सास अमरजीत कौर और दादी सास, और एक मेरी बुआ सास है बेगू से, जो जिसका नाम है स्वर्ण कौर। ये थे हमारे देश के वीर जवान फौजी
जिन्होंने बताया कि इनके साथ किस तरीके से अन्याय हुआ, अत्याचार हुआ और बार बार इनको बदनाम करने के लिए एक साजिश रची गई। तो सभी साथियों से गुजारिश है इस वीडियो को ज़्यादा से ज़्यादा शेयर करें और इस वीडियो के बारे में आपकी क्या राय है कमेंट करके हमें ज़रूर बताएं। धन्यवाद, शुक्रिया।